ਹੈਲੋ ਸਟੂਡੈਂਟਸ। ਇਸ ਲੈਕਚਰ 'ਚ ਅਸੀਂ ਕੰਪਲੀਮੈਂਟਰੀ ਨੰਬਰ ਸਿਸਟਮ ਬਾਰੇ ਸਮਝਾਂਗੇ। ਕੰਪਲੀਮੈਂਟਰੀ ਨੰਬਰ ਸਿਸਟਮ ਦੇ ਕੁਝ ਕੁਐਸਚਨਸ ਜਿਹੜੇ ਕਿ ਪੁਰਾਣੇ ਪੇਪਰਾਂ 'ਚ ਤੁਹਾਡੇ ਆਏ ਹੋਏ ਨੇ, ਆਪਾਂ ਉਹਨਾਂ ਨੂੰ ਵੀ ਸੋਲਵ ਕਰਾਂਗੇ ਤੇ ਇਹ ਵੀ ਸਮਝਾਂਗੇ ਕਿ ਕੰਪਲੀਮੈਂਟਰੀ ਨੰਬਰ ਸਿਸਟਮ ਕੀ ਹੈ। ਤੋ ਆਪਾਂ ਐਡੀਸ਼ਨ, ਸਬਟਰੈਕਸ਼ਨ ਇਹੋ ਜਿਹੇ ਆਪਰੇਸ਼ਨਸ ਨੰਬਰਸ ਉੱਤੇ ਪਰਫਾਰਮ ਕਰਨੇ ਹੁੰਦੇ ਆ ਤੇ ਜਿਹੜੀ ਐਡੀਸ਼ਨ ਦੇ ਸਰਕਿਟ ਬਣੇ ਹੁੰਦੇ ਆ ਉਹਦੇ ਨਾਲ ਨੰਬਰਸ ਜਿਹੜੇ ਆ ਐਡ ਤੇ ਹੋ ਜਾਂਦੇ ਆ। ਲੇਕਿਨ ਜਦੋਂ ਸਬਟਰੈਕਟ ਕਰਨਾ ਹੁੰਦਾ ਅਸੀਂ ਨੰਬਰਸ ਨੂੰ ਤੇ ਉਹਦੇ ਵਾਸਤੇ ਥੋੜ੍ਹਾ ਜਿਹਾ ਉਹ ਕੰਪਲੈਕਸ ਹੋ ਜਾਂਦਾ ਸਬਟਰੈਕਸ਼ਨ ਕਰਨਾ ਕੰਪਿਊਟਰ ਦੇ ਵਿੱਚ। ਜਿਹੜੀ ਸਬਟਰੈਕਸ਼ਨ ਪਰਫਾਰਮ ਕਰਨੀ ਹੈ ਉਹ ਥੋੜ੍ਹੀ ਜਿਹੀ ਕੰਪਲੈਕਸ ਹੈ। ਐਡੀਸ਼ਨ ਸੌਖੀ ਹੈ ਤੇ ਆਪਾਂ ਕੀ ਚਾਹੁੰਦੇ ਹਾਂ, ਆਪਾਂ ਸਬਟਰੈਕਸ਼ਨ ਵੀ ਐਡੀਸ਼ਨ ਸੇਮ ਸਰਕਿਟ, ਇੱਕ ਸਰਕਿਟ ਬਣਾਈਏ, ਉਹ ਐਡੀਸ਼ਨ ਵੀ ਕਰਦੇ ਉਹ ਸਬਟਰੈਕਸ਼ਨ ਵੀ ਕਰਦੇ। ਦੋ ਅਲੱਗ-ਅਲੱਗ ਸਰਕਿਟ ਬਣਾਉਣ ਦੀ ਲੋੜ ਨਾ ਪਏ ਸਾਨੂੰ, ਸੇਮ ਇੱਕੋ ਹੀ ਸਰਕਿਟ 'ਚ ਆਪਾਂ ਐਡੀਸ਼ਨ ਵੀ ਕਰਨਾ ਚਾਹੁੰਦੇ ਹਾਂ, ਸਬਟਰੈਕਸ਼ਨ ਵੀ ਕਰਨਾ ਚਾਹੁੰਦੇ ਹਾਂ। ਉਹ ਕਿੱਦਾਂ ਪੋਸੀਬਲ ਹੈ? ਕੰਪਲੀਮੈਂਟਰੀ ਨੰਬਰ ਸਿਸਟਮ ਇਹਦੇ ਨਾਲ। ਤੋ ਕੰਪਲੀਮੈਂਟਰੀ ਨੰਬਰ ਸਿਸਟਮ ਵਾਸਤੇ ਆਪਾਂ ਜਿਹੜੀ ਪਹਿਲੀ ਚੀਜ਼ ਹੈ ਆਪਾਂ ਦੇਖਾਂਗੇ ਕਿ ਸਾਨੂੰ ਬੇਸ ਅਗਰ ਬੀ ਦਿੱਤਾ, ਨੰਬਰ ਸਿਸਟਮ ਹੈ ਉਹਦਾ ਬੇਸ ਮੰਨ ਲਓ ਬੀ ਹੈ। ਜਨਰਲ ਗੱਲ ਕਰ ਰਹੇ ਹਾਂ, ਬੀ ਕੁਛ ਵੀ ਹੋ ਸਕਦਾ। ਬੀ ਇੱਥੇ 2 ਵੀ ਹੋ ਸਕਦਾ, 8 ਵੀ ਹੋ ਸਕਦਾ, 16 ਵੀ ਹੋ ਸਕਦਾ, 10 ਵੀ ਹੋ ਸਕਦਾ। ਜਿਹੜੇ ਆਪਾਂ ਕਰਕੇ ਹਟੇ ਹਾਂ ਬਾਈਨਰੀ, ਔਕਟਲ, ਹੈਕਸਾਡੈਸੀਮਲ ਤੇ ਡੈਸੀਮਲ, ਕੁਛ ਵੀ ਹੋ ਸਕਦਾ। ਤੋ ਦੋ ਤਰ੍ਹਾਂ ਦੇ ਟੂ ਟਾਈਪਸ ਆਫ ਕੰਪਲੀਮੈਂਟਰੀ ਨੰਬਰ ਨੂੰ ਮੈਂ NO ਲਿਖ ਰਿਹਾ, ਨੰਬਰ ਸਿਸਟਮ। ਦੋ ਤਰ੍ਹਾਂ ਦੇ ਕੰਪਲੀਮੈਂਟਰੀ ਨੰਬਰ ਸਿਸਟਮ ਹੁੰਦੇ ਆ। ਇੱਕ ਹੋ ਗਿਆ ਅਗਰ ਬੇਸ b ਹੈ ਤੇ b-1, ਦੂਸਰਾ ਹੁੰਦਾ ਬੀਜ਼ ਕੰਪਲੀਮੈਂਟ। ਬੀਜ਼ ਕੰਪਲੀਮੈਂਟ ਤੇ b-1's ਕੰਪਲੀਮੈਂਟ। ਠੀਕ ਹੈ, ਇਹ ਸਮਝ ਲਿਓ, ਇਹ ਕੰਪਲੀਮੈਂਟ ਲਿਖਿਆ ਹੋਇਆ ਹੈ, ਵੀ ਕੰਪਲੀਮੈਂਟ ਲਿਖਿਆ ਹੋਇਆ। ਤੋ ਦੋ ਤਰ੍ਹਾਂ ਦੇ ਕੰਪਲੀਮੈਂਟਰੀ ਨੰਬਰ ਸਿਸਟਮ ਹੁੰਦੇ ਹੈ ਅਗਰ ਤੁਹਾਡੇ ਕੋਲ ਬੇਸ b ਹੈ ਤੇ ਇੱਕ ਹੋ ਜਾਏਗਾ b-1, ਇੱਕ ਹੋ ਜਾਏਗਾ b। ਫॉर ਐਗਜ਼ਾਮਪਲ ਲੈ ਲਈਏ ਇੱਕ, ਅਗਰ ਬੇਸ ਹੈਗਾ b ਮੰਨ ਲਓ 2, ਅਗਰ b ਦੀ ਵੈਲਿਊ ਇੱਥੇ 2 ਹੁੰਦੀ ਤੇ ਕਿਹੜੇ ਦੋ ਸਿਸਟਮ ਆਉਂਦੇ, ਕੰਪਲੀਮੈਂਟਰੀ ਸਿਸਟਮ ਆਣੇ ਸੀ। ਪਹਿਲਾ ਹੁੰਦਾ b-1, b ਇੱਥੇ ਕਿੰਨਾ 2, 2-1 1, 1's ਕੰਪਲੀਮੈਂਟ, 1's ਕੰਪਲੀਮੈਂਟ। ਦੂਸਰਾ ਕਿਹੜਾ ਆਉਣਾ ਸੀ ਕੰਪਲੀਮੈਂਟਰੀ ਸਿਸਟਮ? ਦੂਸਰਾ ਮੈਂ ਇੱਥੇ ਕੀ ਲਿਖਿਆ ਬੀਜ਼, b ਇੱਥੇ ਕੀ ਹੈ 2, 2's ਕੰਪਲੀਮੈਂਟ। ਠੀਕ ਹੈ, ਅਗਰ b ਦੀ ਵੈਲਿਊ ਹੁੰਦੀ 8, ਫਿਰ ਕਿਹੜੇ ਦੋ ਸਿਸਟਮ ਆਣੇ ਸੀ? ਪਹਿਲਾ ਆਣਾ ਸੀ b-1, ਠੀਕ ਹੈ ਨਾ, b-1 यानी कि 8-1 7's कंप्लीमेंट। दूसरा आना सी बीज कंप्लीमेंट, है ना, सैकेंड किहड़ा बीज, बी की है इत्थे 8's कंप्लीमेंट। ये दो जिहड़े आ जाने सी। इदां ही अगर बी की वैल्यू 16 हुंदी हो तुसीं कर सकदे हो 15's कंप्लीमेंट आना सी ते 16 कंप्लीमेंट आना सी। अगर 10 हुंदा ते की आना सी 9's कंप्लीमेंट ते 10's कंप्लीमेंट। ये दो ਆਪਾਂ ਐਗਜ਼ਾਮਪਲ ਦੇ ਤੌਰ 'ਤੇ ਦੇਖੇ। ਤੁਹਾਨੂੰ ਜਿਹੜੇ ਕੁਐਸਚਨ ਜਿਹੜੇ ਆਏ ਹੋਏ ਨੇ ਉਹ ਜ਼ਿਆਦਾ 1's ਕੰਪਲੀਮੈਂਟ ਤੇ 2's ਕੰਪਲੀਮੈਂਟ ਯਾਨੀ ਬਾਈਨਰੀ ਨੰਬਰ ਸਿਸਟਮ ਨੂੰ ਲੈ ਕੇ ਆਏ ਹੋਏ ਨੇ, ਤਾਂ ਆਪਾਂ ਉਹਦੇ 'ਤੇ ਫੋਕਸ ਕਰਾਂਗੇ। ਪਰ ਫॉर ਐਗਜ਼ਾਮਪਲ ਦੇ ਤੌਰ 'ਤੇ ਆਪਾਂ ਬਾਕੀ ਵੀ ਇੱਕ ਐਗਜ਼ਾਮਪਲ ਲੈ ਲਾਂਗੇ। तो अगर कोई नंबर मान लो कि x हैगा,
ठीक है। अगर x एक नंबर है, let x be a ਨੰਬਰ। ਹੁਣ ਤੁਸੀਂ ਪੁੱਛੋਗੇ ਕਿਹੜੇ ਨੰਬਰ ਸਿਸਟਮ 'ਚ ਲੈ ਰਹੇ ਹਾਂ ਆਪਾਂ x ਨੂੰ, ਤਾਂ ਮੈਂ ਤੁਹਾਨੂੰ ਕਹਿ ਰਿਹਾ ਅਗਰ x ਅਗਰ ਨੰਬਰ ਹੈ ਇਨ b ਬੇਸ, ਹੈ ਨਾ, ਬੇਸ ਇਹਦਾ ਕੀ ਹੈ b, ਯਾਨੀ ਕਿ b ਨੰਬਰ ਸਿਸਟਮ ਹੈਗਾ, b ਦੀ ਵੈਲਿਊ ਕੁਝ ਵੀ ਹੋ ਸਕਦੀ ਹੈ ਨਾ ਇੱਥੇ। ਤੋ ਮੈਨੂੰ ਕੋਈ ਕਵੇ ਕਿ ਇਹਦਾ x ਦਾ b ਮਾਈਨਸ 1's ਕੰਪਲੀਮੈਂਟ ਕੱਢੋ, है ना। अगर b माइनस 1's ਕੰਪਲੀਮੈਂਟ ਕਰਨਾ ਹੈ x ਦਾ, ਤੇ ਉਹ ਹੋਏਗਾ, ਉਹਦਾ ਫਾਰਮੂਲਾ ਹੈ ਇੱਕ, ਉਹ ਹੋਏਗਾ b ਦੀ ਪਾਵਰ n ਮਾਈਨਸ 1 ਮਾਈਨਸ x। ਫਿਰ ਅਗਰ ਕੋਈ ਮੈਨੂੰ ਕਹੇ ਕਿ x ਇੱਕ ਨੰਬਰ ਹੈ, ਉਹਦਾ b's ਕੰਪਲੀਮੈਂਟ ਕਰ ਦਿਓ, ਉਹਦਾ ਕੀ ਫਾਰਮੂਲਾ ਹੈ, ਉਹਦਾ ਫਾਰਮੂਲਾ ਹੈ ਜਾਂ ਤੇ ਤੁਸੀਂ b ਦੀ ਪਾਵਰ n ਮਾਈਨਸ x ਕਰ ਦਿਓ, ਜਾਂ ਔਰ ਜਿਹੜਾ ਤੁਸੀਂ ਪਿੱਛੇ ਹੈ ਕੱਢਿਆ ਸੀ b ਦੀ ਪਾਵਰ n ਮਾਈਨਸ 1 ਮਾਈਨਸ x, ਇਹਦੇ ਵਿੱਚ ਐਡ ਕਰ ਦਿਓ 1 bn ਮਾਈਨਸ x, ਇਹ ਵੀ ਠੀਕ ਹੈ। ਔਰ ਇੱਕ ਤਰੀਕਾ ਹੋਰ ਹੈ ਇਹਦਾ b's ਕੰਪਲੀਮੈਂਟ ਕੱਢਣ ਦਾ, ਇਹ ਤੁਸੀਂ ਭਾਵੇਂ ਲਿਖ ਵੀ ਲਓ ਨਾਲ ਨਾਲ, ਕਿਉਂਕਿ ਅੱਗੇ ਆਪਾਂ ਕੁਐਸਚਨ ਕਰਾਂਗੇ ਇਹਦੇ, ਫਿਰ ਲੋੜ ਪਏਗੀ। b ਦੀ ਪਾਵਰ n ਮਾਈਨਸ 1 ਮਾਈਨਸ x ਪਲੱਸ 1, ਜਿਹੜਾ ਆਪਾਂ ਇੱਥੇ ਕੱਢਿਆ, ਇਹਦੇ ਵਿੱਚ ਇੱਕ ਐਡ ਕਰ ਦਿਓ ਪਲੱਸ 1, ਤੇ ਉਹ ਆ ਜਾਏਗਾ b's ਕੰਪਲੀਮੈਂਟ। फॉर एग्जाम्पल ले लिए एक, है ना, मान लो कि b ਦੀ ਵੈਲਿਊ ਹੈਗੀ ਹੈ 10 ਬਾਈ ਡੈਸੀਮਲ ਨੰਬਰ ਸਿਸਟਮ ਲੈ ਰਹੇ ਹਾਂ, ਤੇ ਤੁਹਾਨੂੰ ਪਤਾ ਹੈ ਔਰ ਨੰਬਰ ਹੈਗਾ ਮੇਰੇ ਕੋਲ 685, ਮੰਨ ਲਓ ਕਿ ਇਹ ਨੰਬਰ ਹੈ 685 ਹੈ, ਕਿਹਦੇ 'ਚ ਡੈਸੀਮਲ ਨੰਬਰ ਸਿਸਟਮ, ਬੇਸ 10 ਲਿਖਿਆ ਥੱਲੇ, ਔਰ ਮੈਂ ਕੱਢਣਾ ਚਾਹੁੰਦਾ ਕੀ ਭਲਾ 9's ਕੰਪਲੀਮੈਂਟ, ਕਿਉਂਕਿ ਬੇਸ ਅਗਰ 10 ਹੈ ਤੇ ਕਿਹੜੇ ਕੰਪਲੀਮੈਂਟਰੀ ਨੰਬਰ ਸਿਸਟਮ ਹੋਣਗੇ, 9's ਹੋਏਗਾ ਤੇ 10's ਹੋਏਗਾ, ਦੋ ਹੀ ਹੋਣਗੇ। ਜਾਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇਹੀ ਓਕਟਲ ਦੀ ਲੈ ਕੇ ਦੇਖ ਲੈਂਦੇ ਹਾਂ, ਓਕਟਲ ਨੰਬਰ ਸਿਸਟਮ ਨੂੰ ਕੰਸੀਡਰ ਕਰ ਲੈਂਦੇ ਹਾਂ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਕਿ ਆਪਾਂ ਕੰਸੀਡਰ ਕਰ ਰਹੇ ਹਾਂ ਬੇਸ 8, ਠੀਕ ਹੈ, ਔਰ ਨੰਬਰ ਲੈ ਰਹੇ ਹਾਂ ਆਪਾਂ ਜਿਹੜਾ ਐਗਜ਼ਾਮਪਲ ਦੇ ਤੌਰ ਤੇ 67 ਮੰਨ ਲਓ ਲੈ ਲਿਆ, ਓਕਟਲ ਦੇ ਵਿੱਚ ਬੇਸ 8 ਲੈ ਲਏ, ਤੇ ਕੁਐਸਚਨ ਕੀ ਹੈ ਕਿ ਉਹ ਕੁਐਸਚਨ ਪੁੱਛ ਰਿਹਾ ਹੁਣ ਬੇਸ ਅਗਰ 8 ਹੈ ਤੇ ਤੁਹਾਡੇ ਕੋਲ ਹੋ ਜਾਣਗੇ, ਆਪਾਂ ਹੁਣੇ ਦੇਖਿਆ 7's ਕੰਪਲੀਮੈਂਟ ਆ ਜਾਏਗਾ ਤੇ 8's ਕੰਪਲੀਮੈਂਟ ਆ ਜਾਏਗਾ, ਤਾਂ ਤੁਹਾਨੂੰ ਪੁੱਛ ਰਿਹਾ ਕੁਐਸਚਨ 'ਚ 7's ਕੰਪਲੀਮੈਂਟ ਕਰ ਦਿਓ ਇਹਦਾ 67 ਦਾ 67 ਦਾ 7's ਕੰਪਲੀਮੈਂਟ ਕਰਨਾ ਹੋਵੇ ਤੇ ਫਾਰਮੂਲਾ ਕੀ ਸੀਗਾ, b ਦੀ ਪਾਵਰ n ਮਾਈਨਸ 1 ਮਾਈਨਸ 67, ਹੁਣ b ਦੀ ਪਾਵਰ ਇਹ ਕੀ ਆ ਗਿਆ, b ਦੀ 8 ਦੀ ਪਾਵਰ n ਮਾਈਨਸ 1 ਮਾਈਨਸ 67, ਤਾਂ ਇੱਥੇ n ਕੀ ਹੈ, n ਨੇ ਇੱਥੇ ਨੰਬਰ ਆਫ ਡਿਜਿਟ, ਕਿੰਨੇ ਇੱਥੇ 2, 6 ਤੇ 7, तो आ जाएगा 8 ਦੀ ਪਾਵਰ 2 ਮਾਈਨਸ 1 ਮਾਈਨਸ 67, 8 ਦੀ ਪਾਵਰ 2 ਕਿੰਨਾ ਹੁੰਦਾ 64, 8 8 ਜਾਂ 64 ਮਾਈਨਸ 1 ਮਾਈਨਸ 67 ਕਿੰਨਾ ਆ ਗਿਆ, ਪਾਵਰ 2 ਮਾਈਨਸ 1 ਮਾਈਨਸ 67
तो ਆਪਾਂ ਨੂੰ ਇੱਥੇ ਇੱਕ ਚੀਜ਼ ਦੇਖਣੀ ਪਏਗੀ ਕਿ ਜਿਹੜਾ 8 ਦੀ ਪਾਵਰ 2 ਮਾਈਨਸ 1 ਇੱਥੇ ਜਿਹੜਾ 64 ਆਉਂਦਾ ਹੈ, ਇਹ ਆਇਆ 64 ਮਾਈਨਸ 1 ਜਾਂ 63, ਇਹ ਆਏਗਾ ਡੈਸੀਮਲ ਨੰਬਰ ਸਿਸਟਮ ਦੇ ਵਿੱਚ, ਹੈ ਨਾ। 8 8 ਜਦੋਂ ਆਪਾਂ ਕਰਦੇ ਹਾਂ 8 8 ਜਾਂ 64 ਕਰਦੇ ਹਾਂ, ਮਾਈਨਸ 163 ਆ ਜਾਂਦਾ। ਤਾਂ ਇਹ ਕੀ ਆਇਆ, ਇਹ ਡੈਸੀਮਲ ਨੰਬਰ ਸਿਸਟਮ 'ਚ ਆਇਆ, ਜਿਹੜਾ ਆਪਾਂ ਨੋਰਮਲੀ ਆਪਾਂ ਯੂਜ਼ ਕਰਦੇ ਹਾਂ ਕੈਲਕੂਲੇਸ਼ਨਸ ਦੇ ਵਿੱਚ। ਟੇਬਲਸ 8 ਦਾ ਟੇਬਲ ਜਦੋਂ ਆਪਾਂ 8 1 ਜਾਂ 8 8 2 ਜਾਂ 16, 8 3 ਜਾਂ 24, 8 4 ਜਾਂ 32 ਐਂਡ ਸੋ ਔਨ, 8 8 ਜਾਂ 64 ਹੁੰਦਾ ਹੈ, ਅਤੇ ਉਹ ਡੈਸੀਮਲ ਨੰਬਰ ਸਿਸਟਮ 'ਚ ਹੈਗਾ। ਇੱਥੇ ਆਪਾਂ ਗੱਲ ਕਰ ਰਹੇ ਹਾਂ ਔਕਟਲ ਦੇ ਵਿੱਚ। ਤੋ ਜਿਹੜਾ ਇਹ 63 ਆਇਆ ਇੱਥੇ, ਇਹਨੂੰ ਜਦੋਂ ਆਪਾਂ ਔਕਟਲ ਦੇ ਵਿੱਚ ਕਨਵਰਟ ਕਰਾਂਗੇ ਤਾਂ ਉਹ ਆਏਗਾ ਸਾਡੇ ਕੋਲ 8 ਸਕੁਅਰ ਮਾਈਨਸ 1 ਆਏਗਾ 77। 77 ਕਿੱਦਾਂ ਆਇਆ ਇਹ ਮੈਂ ਤੁਹਾਨੂੰ ਦੱਸਦਾ ਹੁਣੇ। ਤਾਂ 77 ਮਾਈਨਸ 67, ਆਨਸਰ ਆ ਜਾਏਗਾ 10। ਤਾਂ ਇਹ ਤੁਹਾਡਾ ਜਿਹੜਾ 7's ਕੰਪਲੀਮੈਂਟ ਆ ਗਿਆ, ਕੀ ਆ ਗਿਆ 10। ਹੁਣ ਇੱਕ ਜਿਹੜਾ ਇਹ ਫਾਰਮੂਲਾ ਹੈਗਾ 8 ਦੀ ਪਾਵਰ n ਮਾਈਨਸ 1, ਇਹਦੇ ਤੇ ਇੱਕ ਤੁਹਾਨੂੰ ਮੈਂ ਇੱਕ ਚੀਜ਼ ਦੱਸ ਦੇਵਾਂ ਕਿ ਜਦੋਂ ਆਪਾਂ b ਦੀ ਪਾਵਰ n ਮਾਈਨਸ 1 ਯੂਜ਼ ਕਰਦੇ ਹਾਂ, b ਦੀ ਪਾਵਰ n ਮਾਈਨਸ 1 ਮਾਈਨਸ x ਆਪਾਂ ਲਿਖਦੇ ਹਾਂ ਕੀ ਕੱਢਣ ਵਾਸਤੇ, b ਮਾਈਨਸ 1's ਕੰਪਲੀਮੈਂਟ ਕੱਢਣ ਵਾਸਤੇ ਇਹੀ ਯੂਜ਼ ਕਰਦੇ ਹਾਂ ਫਾਰਮੂਲਾ, b ਮਾਈਨਸ 1's ਕੰਪਲੀਮੈਂਟ ਕੱਢਣ ਵਾਸਤੇ। ਤੋ n ਇੱਥੇ ਕੀ ਸੀਗਾ, ਨੰਬਰ ਆਫ ਡਿਜਿਟਸ, ਜਿੰਨੇ ਡਿਜਿਟਸ ਦਿੱਤੇ ਆ ਤੁਹਾਨੂੰ ਨੰਬਰ x ਦੇ ਵਿੱਚ ਉਹ ਪਾ ਦਿੰਦੇ ਆ, ਅਤੇ b ਮਾਈਨਸ 1। ਤਾਂ ਇਹ ਜਿਹੜਾ b ਮਾਈਨਸ 1 ਆਉਂਦਾ ਹੈ, b ਦੀ ਪਾਵਰ n ਮਾਈਨਸ 1 ਆਉਂਦਾ ਹੈ, ਉਹ ਆਉਂਦਾ ਹੈ ਹਾਈਐਸਟ ਨੰਬਰ ਹੈ। ਥੋੜ੍ਹਾ ਜਿਹਾ ਇਹਦੇ 'ਚ ਅਲਰਟ ਰਹਿਣ ਦੀ ਲੋੜ ਹੈ ਤੁਹਾਨੂੰ। ਕੀ ਆਏਗਾ, ਹਾਈਐਸਟ ਜਾਂ ਲਾਰਜੈਸਟ n ਡਿਜਿਟ ਨੰਬਰ ਇਨ ਦਾ ਬੇਸ b। ਫੋਰ ਐਗਜ਼ਾਮਪਲ ਅਗਰ ਮੰਨ ਲਓ ਕਿ ਬੇਸ ਹੈਗਾ 10, ਠੀਕ ਹੈ। ਇਹ ਮੈਂ ਤਾਂ ਦੱਸ ਰਿਹਾ ਕਿਉਂਕਿ ਤੁਹਾਨੂੰ ਕੈਲਕੂਲੇਟ ਕਰਨ ਦੀ ਲੋੜ ਨਾ ਪਵੇ, ਇਹ ਫਾਰਮੂਲਾ ਵੀ ਯਾਦ ਰੱਖਣ ਦੀ ਲੋੜ ਨਾ ਪਏ। ਅਗਰ ਤੁਸੀਂ ਇਹ ਸਮਝ ਲਓਗੇ ਅਤੇ ਤੁਹਾਨੂੰ ਇਹ ਫਾਰਮੂਲਾ ਨਹੀਂ ਵੀ ਯਾਦ ਹੋਏਗਾ ਤਾਂ ਵੀ ਤੁਸੀਂ ਕੁਐਸਚਨ ਕਰ ਲਓਗੇ। b ਦੀ ਵੈਲਿਊ ਅਗਰ 10 ਹੋਵੇ ਤਾਂ b ਦੀ ਪਾਵਰ n ਮਾਈਨਸ 1 ਜਦੋਂ ਆਪਾਂ ਕਰਾਂਗੇ 10 ਦੀ ਪਾਵਰ n ਮਾਈਨਸ 1 ਕਰਾਂਗੇ, ਔਰ ਮੰਨ ਲਓ n ਹੈਗਾ 2, 2 ਡਿਜਿਟ ਨੰਬਰ ਹੈ, ਯਾਨੀ ਕਿ 2 ਡਿਜਿਟ ਨੰਬਰ ਹੈ। ਅਤੇ ਜਦੋਂ ਮੈਂ ਇਹਨੂੰ ਭਰਾਂਗਾ ਇੱਥੇ 99 ਆ ਜਾਏਗਾ। 10 ਦੀ ਸਕੁਅਰ ਮਾਈਨਸ 1, 100 ਮਾਈਨਸ 1 99। ਤਾਂ 99 ਲਾਰਜੈਸਟ ਨੰਬਰ ਆਉਂਦਾ। ਕੋਈ ਵੀ 2 ਡਿਜਿਟ ਨੰਬਰ ਹੋਵੇ, ਤੁਹਾਨੂੰ ਵੀ ਪਤਾ ਹੈ ਕਿ ਮੈਂ ਜੇ ਤੁਹਾਨੂੰ ਪੁੱਛਾਂ ਲਾਰਜੈਸਟ 2 ਡਿਜਿਟ ਨੰਬਰ ਕੀ ਹੋਏਗਾ, ਤੁਸੀਂ ਜਨਰਲ ਕਾਮਨ ਸੈਂਸ ਹੈ 99 ਕਹੋਗੇ, ਕਿਉਂਕਿ ਇੱਕ ਹੋਰ ਐਡ ਕਰਾਂਗੇ ਤੇ 100 ਹੋ ਜਾਏਗਾ, ਤੇ 100 ਕੀ ਹੈ 3 ਡਿਜਿਟ ਹੈਗਾ। ਤਾਂ 3 ਡਿਜਿਟ ਦੀ ਗੱਲ ਨਹੀਂ ਕਰ ਰਿਹਾ ਮੈਂ, 2 ਡਿਜਿਟ। 2 ਡਿਜਿਟ 'ਚ ਸਭ ਤੋਂ ਵੱਡਾ ਨੰਬਰ ਕੀ ਹੈ 99। 3 ਡਿਜਿਟ 'ਚ ਸਭ ਤੋਂ ਵੱਡਾ ਕੌਣ ਹੈ 999। 4 ਡਿਜਿਟ 'ਚ ਸਭ ਤੋਂ ਵੱਡਾ ਕੌਣ ਹੈ 49। ਉਸ ਤੋਂ ਬਾਅਦ ਤੇ ਫਿਰ ਉਹ 10,000 ਹੋ ਜਾਂਦਾ, ਫਿਰ ਉਹ 5 ਡਿਜਿਟ ਹੋ ਜਾਂਦੇ ਆ। ਅਤੇ ਇਹ ਆਪਾਂ ਗੱਲ ਕਰ ਰਹੇ ਹਾਂ, ਇਹ ਜਿਹੜੇ ਲਾਰਜੈਸਟ ਨੰਬਰ ਹੈਗੇ ਆ 2 ਡਿਜਿਟ 3 ਡਿਜਿਟ, ਇਹ ਆਪਾਂ ਕਰ ਰਹੇ ਹਾਂ ਬੇਸ 10 ਦੇ ਵਿੱਚ, 10 ਬੇਸ ਦੇ ਵਿੱਚ। ਹੁਣ ਅਗਰ ਮੈਨੂੰ ਕੋਈ ਪੁੱਛੇ ਕਿ 8 ਬੇਸ ਦੇ ਵਿੱਚ, ਅਗਰ ਬੇਸ 8 ਹੋਏਗਾ, ਹੈ ਨਾ, ਅਗਰ ਬੇਸ 10 ਹੋਏ ਤੇ ਆ ਹੈਗੇ ਆ ਤੁਹਾਡੇ ਸਾਹਮਣੇ, ਇਹ ਵੀ ਆਪਾਂ ਕਿੱਦਾਂ ਕੱਢੇ, ਕਿਉਂਕਿ ਤੁਹਾਨੂੰ ਪਤਾ ਹੈ ਕਿ 10 ਬੇਸ ਦੇ ਵਿੱਚ ਲਾਰਜੈਸਟ ਸਿੰਬਲ ਕੌਣ ਹੋਏਗਾ। 10 ਬੇਸ ਦੇ ਵਿੱਚ ਸਿੰਬਲ ਕਿਹੜੇ ਸੀ 0 1 2 3 ਅਪ ਟੂ 9 ਸੀ, ਹੈ ਨਾ। ਲਾਰਜੈਸਟ ਕੌਣ ਸੀ 9। ਤਾਂ 2 ਡਿਜਿਟ ਕੌਣ ਹੋਏਗਾ 2 ਵਾਰੀ 9। 3 ਡਿਜਿਟ ਲਾਰਜੈਸਟ ਕੌਣ ਹੋਏਗਾ 3 ਵਾਰੀ 9। 4 ਡਿਜਿਟ ਲਾਰਜੈਸਟ ਕੌਣ ਹੋਏਗਾ 4 ਵਾਰੀ 9। ਇੱਦਾਂ ਹੀ ਅਗਰ ਤੁਹਾਨੂੰ ਕੋਈ ਕਵੇ 8 ਬੇਸ ਦੇ ਵਿੱਚ ਲਾਰਜੈਸਟ ਫਾਈਂਡ ਕਰਨਾ ਆਪਾਂ, 8 ਬੇਸ ਦੇ ਵਿੱਚ ਡਿਜਿਟਸ ਜਿਹੜੇ ਸਿੰਬਲਸ ਆ ਉਹ ਕੀ ਸੀ 0 1 2 3 ਅਪ ਟੂ 7 ਸੀ, ਹੈ ਨਾ। ਲਾਰਜੈਸਟ 2 ਡਿਜਿਟ ਕਿਹੜਾ ਹੋਏਗਾ 2 ਵਾਰੀ 7।
ਲਾਰਜੈਸਟ 3 ਡਿਜਿਟ ਕਿਹੜਾ ਹੋਏਗਾ? 3 ਵਾਰੀ 7। ਲਾਰਜੈਸਟ 4 ਡਿਜਿਟ ਕਿਹੜਾ ਹੋਏਗਾ? 4 ਵਾਰੀ 7। ਠੀਕ ਹੈ। ਹੁਣ ਇਹ 77 ਤੁਹਾਨੂੰ ਦੇਖਣ 'ਚ ਲੱਗ ਰਿਹਾ 77 ਹੈ, ਲੇਕਿਨ 77 ਬੇਸ 8 ਵਿੱਚ 77 ਨਹੀਂ ਹੈ। ਬੇਸ 10 ਦੇ ਵਿੱਚ ਤੁਸੀਂ ਦੇਖੋਗੇ ਤੁਹਾਨੂੰ 77 ਲੱਗੇਗਾ, ਤੇ ਤੁਸੀਂ ਕਹੋਗੇ 77 ਲਾਰਜੈਸਟ ਥੋੜ੍ਹੀ, ਉਹ ਤੇ 99 ਹੈ। 99 ਤਾਂ ਹੈ ਜੇ ਬੇਸ 10 ਹੋਵੇ ਤੇ 8 ਬੇਸ ਦੇ ਵਿੱਚ 8 ਡਿਜਿਟ ਹੁੰਦੇ ਆ, ਸਭ ਤੋਂ ਵੱਡਾ ਡਿਜਿਟ 7 ਹੁੰਦਾ ਤੇ 77 ਲਾਰਜੈਸਟ ਨੰਬਰ ਹੈ 2 ਡਿਜਿਟ। 777 ਲਾਰਜੈਸਟ ਨੰਬਰ ਹੈ 3 ਡਿਜਿਟ। 7777 3 ਡਿਜਿਟ ਲਾਰਜੈਸਟ ਨੰਬਰ ਹੈ ਬੇਸ 8 ਦੇ ਵਿੱਚ। ਲੇਕਿਨ ਬੇਸ 10 ਦੇ ਵਿੱਚ 99 ਸਭ ਤੋਂ ਵੱਡਾ ਹੈ, 999 ਸਭ ਤੋਂ ਵੱਡਾ ਹੈ, 9999 ਸਭ ਤੋਂ ਵੱਡਾ ਹੈ। 8 ਬੇਸ ਦੇ ਵਿੱਚ 8 ਤੇ 9 ਤੇ ਹੁੰਦੇ ਹੀ ਨਹੀਂ, ਤਾਂ ਉਹ ਤੇ ਆ ਹੀ ਨਹੀਂ ਸਕਦੇ ਇੱਥੇ। ਤਾਂ ਇਸ ਕਰਕੇ ਲਾਰਜੈਸਟ ਨੰਬਰ ਕੌਣ ਹੈ? ਔਰ ਇਹ ਸੇਮ ਲਾਰਜੈਸਟ ਨੰਬਰ ਆਪਾਂ ਕਿੱਦਾਂ ਕੱਢ ਸਕਦੇ ਹਾਂ? ਇਸ ਫਾਰਮੂਲੇ ਦੇ ਨਾਲ, b ਦੀ ਪਾਵਰ n ਮਾਈਨਸ 1। b ਪਾ ਲਓ ਇੱਥੇ, ਜਿੱਦਾਂ ਆਪਾਂ ਇੱਥੇ ਪਾਇਆ ਸੀਗਾ, ਇੱਥੇ ਤੁਸੀਂ ਪਾ ਲਓ b ਦੀ ਪਾਵਰ ਹੈ n ਮਾਈਨਸ 1। ਅਗਰ ਤੁਸੀਂ 99 ਕਰਨਾ ਹੈ ਤੇ 10 ਦੀ ਪਾਵਰ 2 ਮਾਈਨਸ 1 ਕਰ ਲਓ। ਅਗਰ 999 ਕਰਨਾ ਹੈ ਤੇ 10 ਦੀ ਪਾਵਰ 3 ਮਾਈਨਸ 1। ਅਗਰ 9999 ਕਰਨਾ ਹੈ 10 ਦੀ ਪਾਵਰ 4 ਮਾਈਨਸ 1। b ਦੀ ਪਾਵਰ n ਮਾਈਨਸ 1। तो यह फॉर्मूला इत्थों बनया। यानी कि की सिट्टा निकलिया कि इस क्वेश्चन दे विच जिहड़ा आपां सॉल्व कर रहे सीगे, b दी पावर n माइनस 1 का मतलब की होएगा लार्जेस्ट 2 डिजिट नंबर इन द 8 ऑक्टल नंबर सिस्टम दे विच। ते वो सानू पता की है 77 है। 77 माइनस 67 की 10 आ गया, तो 10 कौन है? 7 कंप्लीमेंट। ਹੁਣ ਆਪਾਂ ਜਲਦੀ ਤੋਂ ਚਲਦੇ ਹਾਂ ਆਪਣੇ ਕੁਐਸਚਨ ਦੇ ਵੱਲ, ਜਿਹੜਾ ਤੁਹਾਡੇ ਪੇਪਰ 'ਚ ਆਇਆ ਹੋਇਆ। ਤੁਹਾਡੇ ਪੇਪਰ 'ਚ ਪੁੱਛਿਆ ਗਿਆ ਹੈ ਕਿ ਫਾਈਂਡ ਦੀ ਵਨਸ ਕੰਪਲੀਮੈਂਟ ਆਫ, ਜਿਹੜਾ ਨੰਬਰ ਤੁਹਾਨੂੰ ਦਿੱਤਾ ਗਿਆ ਹੈ ਉਹ ਦਿੱਤਾ ਗਿਆ ਹੈ 1001। तो ਪੁੱਛਿਆ ਗਿਆ ਹੈ ਵਨਸ ਕੰਪਲੀਮੈਂਟ ਫਾਈਂਡ ਕਰੋ। ਕੁਐਸਚਨ ਹੈਗਾ वंस कॉम्प्लीमेंट ऑफ 1001। ਇਹਦਾ ਵਨਸ ਕੰਪਲੀਮੈਂਟ ਪੁੱਛਿਆ। तो वंस ਕੰਪਲੀਮੈਂਟ ਕਿਹੜੇ ਬੇਸ ਦਾ ਹੋਏਗਾ? ਬਾਈਨਰੀ ਨੰਬਰ ਸਿਸਟਮ ਦਾ। ਤੇ ਤੁਹਾਨੂੰ ਸਭ ਪਤਾ ਕੀ ਕਰਨਾ ਹੈ ਇਹਦੇ ਵਿੱਚ? ਫਾਰਮੂਲਾ ਕੀ ਮੈਂ ਤੁਹਾਨੂੰ ਦੱਸਿਆ, b ਦੀ ਪਾਵਰ ਅਗਰ ਵਨਸ ਕੰਪਲੀਮੈਂਟ ਕਰਨਾ ਹੈ ਤੇ b ਦੀ ਪਾਵਰ n ਮਾਈਨਸ 1 ਮਾਈਨਸ x ਕੀ ਹੈ ਇੱਥੇ? 1001। x ਦੀ ਵੈਲਿਊ ਉਹਨਾਂ ਨੇ ਦਿੱਤੀ ਹੋਈ ਹੈ। तो b ਦੀ ਇੱਥੇ n ਕੀ ਹੈ? ਕਿੰਨੇ ਡਿਜਿਟ ਹੈ? 1 2 3 4, 4 ਡਿਜਿਟ ਹੈ ਇਹਦੇ ਵਿੱਚ। तो n ਦੀ ਵੈਲਿਊ ਹੋ ਗਈ ਇੱਥੇ 4। तो ਤੁਸੀਂ b ਕੌਣ ਹੈ ਇੱਥੇ? ਬਾਈਨਰੀ ਨੰਬਰ ਸਿਸਟਮ। b ਦੀ ਵੈਲਿਊ ਵੀ ਆ ਗਈ ਤੁਹਾਡੇ ਕੋਲ 2। तो ਤੁਸੀਂ ਕੀ ਕਰਨਾ ਹੁਣ? b ਦੀ ਪਾਵਰ n ਮਾਈਨਸ 1 ਮਾਈਨਸ x ਜਦੋਂ ਕਰਨਾ ਹੈ, ਵੈਲਿਊ ਪਾ ਦੇਣੀ ਹੈ 2 ਦੀ ਪਾਵਰ 4 ਮਾਈਨਸ 1 ਮਾਈਨਸ ਨੰਬਰ ਕੀ ਸੀ 1001। ਹੁਣ ਤੁਹਾਨੂੰ ਪਤਾ b ਦੀ ਪਾਵਰ n ਮਾਈਨਸ 1 ਕੀ ਸੀਗਾ? ਲਾਰਜੈਸਟ ਨੰਬਰ ਇਨ ਦੀ ਲਾਰਜੈਸਟ 4 डिजिट नंबर इन दी बाइनरी नंबर सिस्टम। तो बाइनरी नंबर सिस्टम च लारजैसट 4 डिजिट ਕਿਹੜਾ ਹੋਏਗਾ? 1 2 3 4। ਲਾਰਜੈਸਟ ਉਹੀ ਹੋਏਗਾ ਜਦੋਂ ਸਾਰੇ 1 ਹੋਣਗੇ। ਠੀਕ ਹੈ, ਕਿਉਂਕਿ ਬਾਈਨਰੀ ਨੰਬਰ 'ਚ ਜਿਹੜਾ ਸਭ ਤੋਂ ਵੱਡਾ ਨੰਬਰ ਹੈ, ਨੰਬਰ 2 ਹੀ ਹੈ, ਜਾਂ 0 ਹੋਣਗੇ ਜਾਂ 1 ਹੋਣਗੇ। ਲਾਰਜੈਸਟ ਕੌਣ ਹੈ ਇਹਦੇ 'ਚੋਂ? 1। तो ਜਦੋਂ ਚਾਰੋਂ ਡਿਜਿਟ 1 ਹੋਣਗੇ ਉਹ ਲਾਰਜੈਸਟ ਹੋ ਜਾਏਗਾ 4 डिजिट ਮਾਈਨਸ ਆਪਣਾ ਜਿਹੜਾ ਨੰਬਰ ਸੀ 1001। ਹੁਣ ਤੁਸੀਂ ਸਿੰਪਲ ਸਬਟਰੈਕਸ਼ਨ ਕਰਨੀ ਹੈ। 1 ਚੋਂ 1 ਕੱਢਿਆ 0, 1 ਤੋਂ 0 ਕੱਢਿਆ 1, 1 ਤੋਂ 0 ਕੱਢਿਆ 1, 1 ਤੋਂ 1 ਕੱਢਿਆ 0। ਤੇ ਇਹ ਆ ਗਿਆ ਤੁਹਾਡਾ ਆਨਸਰ। ਆਨਸਰ ਆ ਗਿਆ। ਇਹ ਕੌਣ ਹੈ? ਵਨਸ ਕੰਪਲੀਮੈਂਟ ਆ ਗਿਆ। ਵਨਸ ਕੰਪਲੀਮੈਂਟ ਆ ਗਿਆ ਕਿਹਦਾ? 1001 ਦਾ।
ठीक है, एक क्वेश्चन होर देख लेने हैं। फाइंड दी one's complement of 1011। ये तो नहीं किया हजे तक ਆਪਾਂ नहीं ये नहीं किया 1011 ਇਹਦਾ one's complement करना है। ठीक है, ਕੀ ਕਰਾਂਗੇ ਆਪਾਂ ਨੂੰ ਪਤਾ ਇੱਥੇ b ਦੀ ਵੈਲਿਊ ਕੀ ਹੈ 2 ਹੈ, n ਦੀ ਵੈਲਿਊ ਹਜੇ ਵੀ 4 ਹੈ, ਔਰ b ਦੀ ਪਾਵਰ n ਮਾਈਨਸ 1 ਕੀ ਹੋਏਗਾ ਇੱਥੇ 1 1 1 1, ਔਰ ਜਦੋਂ 1 1 1 ਚੋਂ ਸਬਟਰੈਕਟ ਕਰਾਂਗੇ ਸੌਰੀ b 1 1 1 1 ਚੋਂ ਸਬਟਰੈਕਟ ਕਰਾਂਗੇ ਜਿਹੜਾ ਮੇਰੇ ਕੁਐਸਚਨ 'ਚ ਨੰਬਰ ਹੈ 1011 1011 ਕੀ ਆਏਗਾ 1 ਚੋਂ 1 ਕੱਢਿਆ 0, 1 ਚੋਂ 1 ਕੱਢਿਆ 0, 1 ਚੋਂ 0 ਗਿਆ 1, 1 ਚੋਂ 1 ਕੱਢਿਆ 0, ਇਹ ਆ ਗਿਆ वंस कंप्लीमेंट, ये आंसर आ गया। ठीक है, तो एक तुहानू शॉर्टकट भी दस दी है वन कंप्लीमेंट कड्ढण दा। वंस कंप्लीमेंट कड्ढण दा शॉर्टकट कि अगर तुहानू हाले भी अगर इस तो भी फास्ट करना हो, तो अगर तुहानू पूछा जाए कि वंस कंप्लीमेंट कड्ढो ठीक है, वंस कंप्लीमेंट कड्ढो किहदा फॉर एग्जाम्पल हुणे जिहदा कड्ढिया सी आपां 1011 ते तुसीं की करना है जिथे 1 है उत्थे 0 लिख दो, जिथे 0 है उत्थे 1 लिख दो। तो पहला की सी 1 इत्थे 0 कर दो, दूसरा की सी उल्ट कर दो, जिथे 0 सी उत्थे 1 कर दो, जिथे 1 सी उत्थे 0 कर दो, जिथे 1 सी उत्थे 0 कर दो। तो यह आ गया आंसर, सेम ही है, तुसीं देख लो 0 1 0 0 0 1 0 0 उल्ट करते, फ्लिप करते अपना डिजिट्स, तो वंस कंप्लीमेंट आ। तो दोनों तरीके आप अप्लाई करके देख सकते हैं। अगर तुसी आंसर करना होवे तो दोनों तरीके काम करनगे। और एक क्वेश्चन जिहड़ा हैगा वो चाहे तुसी होर कढ लो भावें, ताकि तुहानू पक्का हो जाए कॉन्सैप्ट है वाला। तो आप एक क्वेश्चन होर कर लैंदे कि टूज कंप्लीमेंट भी कड्डांगे तो वंस टूज कंप्लीमेंट किद्दां कड्डांगे वो भी देख लीए। फाइंड दी वंस कंप्लीमेंट थोड़ी जी हैंड राइटिंग है प्रॉब्लम है। फाइंड दी वंस कंप्लीमेंट ऑफ किदा कड्ढिए वंस कंप्लीमेंट 0 1 मान लो एन नंबर है 5 डिजिट, तो वंस भी कर लें टूज भी कर लें, टूज कंप्लीमेंट भी। तो तुहानू पता है कि बाइनरी नंबर दे दो कंप्लीमेंटरी नंबर सिस्टम होंगे, वंस कंप्लीमेंट ते टूज कंप्लीमेंट। तो जो मैं वंस कंप्लीमेंट करना है तो की करना है आपां लारजैसट पहला तुसीं देख लेना, एन दी वैल्यू आंसर की है, एन दी वैल्यू इत्थे की है, इत्थे किन्ने डिजिट है 1 2 3 4 5 5 डिजिट है नंबर दे विच, एन दी वैल्यू 5 है। फिर उस तो बाद फॉर्मूला की सीगा और बी दी वैल्यू की है इत्थे 2 है क्योंकि बाइनरी नंबर सिस्टम है, तो वंस कंप्लीमेंट का फॉर्मूला सीगा बी दी पावर n माइनस 1 माइनस एक्स, एक्स कौन है इत्थे आ दिता होया एक्स जिहदा आपां कढना वंस कंप्लीमेंट।
ठीक है, बी दी पावर 2 दी पावर 5 -1 माइनस ਜਿਹੜਾ x ਦਿੱਤਾ ਮੈਨੂੰ 0 1 0 1 0। ਠੀਕ ਹੈ, ਹੁਣ ਇਹਨੂੰ ਤੁਸੀਂ ਸੋਲਵ ਕਰਨ ਨਾ ਬੈਠ ਜਾਈਓ। 2 ਦੀ ਪਾਵਰ ਕਿੰਨੀ ਹੁੰਦੀ ਹੈ -1। ਸਿੱਧਾ ਹਿਸਾਬ ਲਾਈਓ ਕਿ 5 ਡਿਜਿਟ ਸਾਨੂੰ ਚਾਹੀਦੇ ਨੇ, ਕਿਉਂਕਿ ਇਹ x ਦੇ ਵਿੱਚ 5 ਡਿਜਿਟ ਨੇ। ਪੰਜਾਂ ਦੇ ਵਿੱਚ ਆਪਾਂ 1 1 ਲਿਖ ਦੇਣਾ। ਠੀਕ ਹੈ, ਪੰਜਾਂ ਵਿੱਚ 1 1 ਲਾਰਜੈਸਟ ਨੰਬਰ ਮੈਨੂੰ ਚਾਹੀਦਾ। ਹੁਣ ਜੇ ਮੈਂ 2 ਦੀ ਪਾਵਰ 5 -1 ਨੂੰ ਸੱਚੀ ਕੱਢਣ ਬੈਠ ਜਾਵਾਂਗਾ, ਐਵੇਂ 15-20 ਮਿੰਟ ਤੁਹਾਡੇ ਲੱਗ ਜਾਣਗੇ। ਸਿੱਧਾ ਲਿਖੋ 1 1 1 1 1 5 ਵਾਰੀ -0 1 0 1 0 ਇਜ਼ ਇਕੁਅਲ ਟੂ, ਸਬਟਰੈਕਟ ਕਰ ਦਿਓ ਇਹ ਵਾਲਾ 1 ਇਹ ਵਾਲੇ 0 ਤੋਂ, ਇਹ ਵਾਲਾ 1 ਇਹ ਵਾਲੇ 1 ਚੋਂ 0, 1 ਚੋਂ 1 ਕੱਢਿਆ 0 ਆਉਣਾ, ਅਤੇ 1 ਚੋਂ 0 ਕੱਢਿਆ 1 ਆਉਣਾ। 1 ਚੋਂ 1 0, 1 ਤੋਂ 0 1, ਇਹ ਆਨਸਰ ਆ ਗਿਆ। ਇਹ ਸਿੱਧਾ ਵੀ ਆ ਸਕਦਾ ਸੀ। ਕੀ ਕਰਨਾ, ਸ਼ਾਰਟਕਟ ਕੀ ਸੀ, ਜਿੱਥੇ 0 ਹੈ ਉੱਥੇ 1 ਪਾ ਦਿਓ, ਜਿੱਥੇ 1 ਹੈ ਉੱਥੇ 0 ਪਾ ਦਿਓ, ਤਾਂ ਵੀ ਇਹੀ ਆਉਣਾ ਸੀ। ਹੁਣ ਇਹ ਸੀਗਾ 1's ਕੰਪਲੀਮੈਂਟ। ਹੁਣ ਕੱਢਣਾ ਆਪਾਂ 2's ਕੰਪਲੀਮੈਂਟ। 2's ਕੰਪਲੀਮੈਂਟ ਅਗਰ ਤੁਸੀਂ 1's ਕੰਪਲੀਮੈਂਟ ਕੱਢ ਰਹੇ ਆ, 2's ਆਪਣੇ ਆਪ ਸਿੰਪਲ ਹੈ। ਨੈਕਸਟ ਸਟੈਪ ਕੀ ਹੈ, ਤੋ 1's ਕੰਪਲੀਮੈਂਟ ਜਿਹੜਾ ਕੱਢਿਆ ਸੀ ਉਹਦੇ ਵਿੱਚ 1's ਕੰਪਲੀਮੈਂਟ ਕੱਢ ਕੇ ਉਹਦੇ ਵਿੱਚ ਇੱਕ ਐਡ ਕਰ ਦਿਓ, ਉਹ 2's ਕੰਪਲੀਮੈਂਟ ਆ ਜਾਏਗਾ। ਤੋ 1's ਕੰਪਲੀਮੈਂਟ ਮੈਂ ਹੁਣੇ ਕੱਢਿਆ ਸੀ 1 0 1 0 1, ਉਹਦੇ ਵਿੱਚ ਆਪਾਂ 1 ਜਿਹੜਾ ਹੈਗਾ ਉਹ ਐਡ ਕਿੱਦਾਂ ਕਰਨਾ, ਕੀ ਬਣੇਗਾ ਜਦੋਂ ਆਪਾਂ ਐਡ ਕਰਾਂਗੇ 1 ਇਹਦੇ 'ਚ, ਅਤੇ 1 + 1 ਤੁਹਾਨੂੰ ਪਤਾ ਹੈ, ਤਾਂ ਇਹਨੂੰ ਆਪਾਂ ਇੱਦਾਂ ਵੀ ਲਿਖ ਸਕਦੇ ਹਾਂ 1 0 1 0 1 0 1 0 1 ਪਲੱਸ ਇੱਥੇ 1 ਆਪਾਂ ਐਡ ਕਰਨਾ ਇਹਦੇ 'ਚ। ਤੋ 1 + 1 ਕੀ ਹੁੰਦਾ, 2। ਠੀਕ ਹੈ, 2 ਨੂੰ ਆਪਾਂ ਬਾਈਨਰੀ 'ਚ ਕਿੱਦਾਂ ਲਿਖਦੇ ਹਾਂ 2 ਨੂੰ, ਵੈਸੇ ਇੱਥੇ 1 + 1 2 ਆਉਣਾ ਸੀ, ਪਰ 2 ਆ ਨਹੀਂ ਸਕਦਾ ਬਾਈਨਰੀ ਦੇ ਵਿੱਚ, 2 ਡਿਜਿਟ ਹੀ ਨਹੀਂ ਹੁੰਦਾ। ਤੋ 2 ਨੂੰ ਆਪਾਂ ਅਗਰ ਬਾਈਨਰੀ 'ਚ ਲਿਖਣਾ ਹੋਵੇ ਤਾਂ ਆਪਾਂ ਲਿਖਦੇ ਹਾਂ 1 0। ਠੀਕ ਹੈ, ਇਹਨੂੰ ਇਹ 2 ਬਣ ਜਾਏਗਾ। ਇਹ 10 ਨਹੀਂ ਹੈਗਾ, ਇਹ ਹੈਗਾ 1 0। 10 ਡੈਸੀਮਲ ਨੰਬਰ 'ਚ ਸਾਨੂੰ 10 ਲੱਗੇਗਾ, ਲੇਕਿਨ ਬਾਈਨਰੀ ਦੇ ਵਿੱਚ 1 ਅਤੇ 0 ਹੈ। 1 0 ਇਜ਼ 2। ਤੁਸੀਂ ਕੈਲਕੂਲੇਟ ਕਰਕੇ ਦੇਖ ਲਓ, 0 × 2 ਦੀ ਪਾਵਰ 0 + 1 × 2 ਦੀ ਪਾਵਰ 1, 2 ਆ ਜਾਏਗਾ। ਅਤੇ 2 ਨੂੰ 1 0 ਹੁੰਦਾ, ਯਾਨੀ ਕਿ ਇੱਥੇ 0 ਆ ਜਾਏਗਾ, ਔਰ 1 ਉੱਪਰ ਚਲਾ ਗਿਆ, 1 + 0 1, ਫਿਰ 1, ਫਿਰ 0, ਫਿਰ 1। ਤੋ ਮਤਲਬ ਕਹਿਣ ਦਾ ਕੀ ਆ ਗਿਆ ਆਨਸਰ, ਜਦੋਂ ਆਪਾਂ ਇਹਦੇ 'ਚ 1 ਐਡ ਕੀਤਾ ਤਾਂ ਉਹ ਆ ਗਿਆ 1 0 1 1 0। ਇਹ 2's ਕੰਪਲੀਮੈਂਟ ਹੈ। ਤੋ ਕਲੀਅਰ ਹੈ ਹੁਣ, ਯਾਨੀ ਕਿ ਆਪਾਂ ਪਹਿਲਾਂ 2's ਕੰਪਲੀਮੈਂਟ ਕੱਢਣ ਤੋਂ ਪਹਿਲਾਂ 1's ਕੰਪਲੀਮੈਂਟ ਕਰਾਂਗੇ, ਔਰ 1's ਕੰਪਲੀਮੈਂਟ ਕੱਢ ਕੇ ਫਿਰ ਉਹਦੇ 'ਚ 1 ਐਡ ਕਰ ਦਾਂਗੇ, ਉਹ 2's ਕੰਪਲੀਮੈਂਟ ਆ ਜਾਏਗਾ। ਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ 1's ਕੰਪਲੀਮੈਂਟ ਕਰਨਾ, 2's ਕੰਪਲੀਮੈਂਟ ਕਰਨਾ। ਇਹਦੇ 'ਤੇ ਜਿਹੜੇ ਕੁਐਸਚਨਸ ਨੇ ਮੈਂ ਤੁਹਾਨੂੰ ਅਸਾਈਨਮੈਂਟ 'ਚ ਜ਼ਰੂਰ ਦੇਵਾਂਗਾ, ਤਾਂ ਕਿ ਤੁਹਾਨੂੰ ਹੋਰ ਪ੍ਰੈਕਟਿਸ ਹੋ ਜਾਏ। ਤੋ ਇਸ ਲੈਕਚਰ 'ਚ ਆਪਾਂ ਇੰਨਾ ਹੀ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ।